ਹਾਲੇਲੂਇਆ ਹਾਲੇਲੂਇਆ। ਹੋ ਲੋੜ ਪਰਮੇਸ਼ਰ ਤੇਰਾ ਧੰਨਵਾਦ, ਧੰਨਵਾਦ ਤੇਰਾ, ਧੰਨਵਾਦ। ਇਹ ਸਤਵਾਂ ਉਤਰਿਆ ਹੁਣ। ਹਾਲੇਲੂਇਆ ਹਾਲੇਲੂਇਆ। ਤਾਂ ਕੀ ਹੋਇਆ? ਪਰਮੇਸ਼ਰ ਨੇ ਕਿਹਾ ਉਹਨਾਂ ਦਾ ਬਲ ਸਾਨਾ ਵਰਗਾ, ਇਜ਼ਰਾਈਲ ਦਾ ਬਲ ਸਾਨਾ ਵਰਗਾ ਹੋਵੇ, ਯਕੂਬ ਦੇ ਘਰਾਣੇ ਦਾ, ਯਕੂਬ ਦੇ ਵਿੱਚ ਸਾਨਾ ਵਰਗਾ ਬਲ ਹੋਵੇ, ਸ਼ੇਰ ਤੇ ਸ਼ੇਰਨੀਆਂ ਵਾਲਾ ਬਲ ਹੋਵੇ। ਜਿੰਨਾ ਚਿਕਰ ਉਹ ਵੈਰੀ ਆਪਣੇ ਸ਼ਿਕਾਰ ਨੂੰ ਲਹੂ ਨਾ ਪੀ ਜਾਣ, ਖਾ ਨਾ ਜਾਣ, ਉਹਨਾਂ ਚਿਕਰ ਉਹ ਟਿਕਣਗੇ ਨਹੀਂ। ਕੀ ਹੋਇਆ ਹੁਣ? ਹਾਲੇਲੂਇਆ। ਕੀ ਹੋਇਆ? ਕੀ ਮਿਲਿਆ? 2 ਵਾਰੀ ਜਗਵੇਦੀਆਂ ਬਣਾਈਆਂ, 2 ਵਾਰੀ ਉੱਤੇ ਇੰਨਾ ਪੈਸਾ ਲਾਇਆ, ਦਾ ਵਿਚਾਰੇ 7 ਬੱਕਰੇ ਮਾਰੇ, 7 ਵੈੜ ਕੇ ਮਾਰੇ, ਤੇ ਇੰਨਾ ਟਾਈਮ ਸਮਾਂ ਖਰਾਬ ਕੀਤਾ ਸਿਰਫ ਜੈਲਸ ਕਰਕੇ, ਸਿਰਫ ਬੇਦੋਸ਼ੀਆਂ ਨੂੰ ਸਰਾਫ ਦੇਣ ਦੇ ਲਈ। ਬੇਦੋਸ਼ੀਆਂ ਨੂੰ, ਜਿਨ੍ਹਾਂ ਨੂੰ ਪਤਾ ਵੀ ਨਹੀਂ ਸਾਡੇ ਲਈ ਕੋਈ ਕੀ ਸੋਚਦਾ ਪਿਆ ਹੈ। ਬਲਿਆਮ ਫਿਰ ਨਹੀਂ ਟਲਿਆ। ਬਲਿਆਮ ਨੇ ਫਿਰ ਬਲਾਕ ਦੇ ਨਾਲ ਦੇਖਿਆ। ਜਦੋਂ ਬਲਾਕ ਦੇਖਿਆ ਕਿ ਹੰਝੂ ਬਲਾਕ ਦੇ, ਤੇ ਬਲਾਕ ਬਹੁਤ ਘਬਰਾਇਆ ਆ, ਤੇ ਕਹਿੰਦਾ ਹੁਣ ਕੀ ਕੀਤਾ ਜਾਵੇ। ਹੱਥ ਤੇ ਹੱਥ ਮਾਰਦਾ ਵੀ ਆਹ ਕੀ ਲੋੜਾ ਹੋਇਆ। ਕਮ ਸੇ ਕਮ ਤੂੰ ਹੁਣ ਮੈਂ ਤਾਂ ਸੱਦਿਆ ਸੀ ਕਿ ਤੂੰ ਮੈਨੂੰ ਅਸ਼ੀਰਵਾਦ ਦੇ ਤੇ ਉਹਨਾਂ ਨੂੰ ਸਰਾਫ ਦੇ। ਉਹ ਬਲਿਆਮ, ਕਮ ਸੇ ਕਮ ਤੂੰ ਜੇ ਮੈਨੂੰ ਅਸ਼ੀਰਵਾਦ ਨਹੀਂ ਦੇ ਸਕਦਾ ਤਾਂ ਸਰਾਫ ਹੀ ਨਾ ਦੇ। ਉਹ ਲੱਗਾ ਇੱਦਾਂ ਬੋਲਣ। ਫਿਰ ਬਲਿਆਮ ਕਹਿੰਦਾ ਅੱਛਾ ਇੱਕ ਵਾਰੀ ਆਪਾਂ ਫਿਰ ਜਗਵੇਦੀ ਬਣਾ, ਇੱਕ ਵਾਰੀ ਫਿਰ ਪਰਮੇਸ਼ਰ ਨੂੰ ਰਿਝਾ ਕੇ ਦੇਖਦੇ ਹਾਂ, ਸ਼ਾਇਦ ਪਰਮੇਸ਼ਰ ਰੀਝ ਜਾਵੇ ਤਾਂ ਸਰਾਫ ਦੇ ਦੇਵੇ ਉਹਨਾਂ ਨੂੰ, ਤਾਂ ਗੱਲ ਬਣ ਜਾਵੇ। ਪਰ ਮੈਂ ਆਪੇ ਤਾਂ ਕੁਛ ਨਹੀਂ ਕਰ ਸਕਦਾ। ਫਿਰ ਜਗਵੇਦੀਆਂ 7, ਫਿਰ ਬੱਕਰੇ 7, ਫਿਰ ਵੈੜ ਕੇ 7 ਚੜਾਏ ਗਏ। ਫਿਰ ਜਦੋਂ ਫਿਰ ਇਹ ਕੰਮ ਕੀਤਾ, ਫਿਰ ਬਲਿਆਮ ਨੂੰ ਪਰਮੇਸ਼ਰ ਦਾ ਬਚਨ, ਜਦੋਂ ਫਿਰ ਬਲਿਆਮ ਬੋਲਿਆ ਤੇ ਬਲਿਆਮ ਨੇ ਉਹ ਬੱਲੇ 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 ਇਹਨੇ ਇਜ਼ਰਾਈਲੀਆਂ ਨੂੰ ਅਸ਼ੀਰਵਾਦਾਂ ਦਿੱਤੀਆਂ ਕਿ ਇਸ ਕੌਮ ਦੇ ਵਿੱਚ ਰਾਜੇ ਪੈਦਾ ਹੋਣਗੇ, ਵੈਰੀ ਦੀ ਪਰਤ ਨੂੰ ਵਿਗਾੜ ਦੇਣਗੇ, ਤਬਾਹੀ ਕਰ ਦੇਣਗੇ। ਬਹੁਤ ਕੁਛ ਦੱਸਿਆ ਉਹਨੇ, ਬਹੁਤ ਕੁਛ ਕਿਹਾ। ਇਸ ਵੇਲੇ ਮੇਰੇ ਕੋਲ ਇੱਦਾਂ ਜਿੰਨਾ ਕੁ ਮੈਨੂੰ ਜ਼ਬਾਨੀ ਯਾਦ ਸੀ, ਉੱਥੇ ਇਹਦੇ ਨਾਲ ਟੁਕਦਾ ਮੈਂ ਤੁਹਾਨੂੰ ਅੰਦਾਜ਼ਾ ਦੱਸ ਦਿੱਤਾ ਆ, ਗੱਲ ਕੀਤੀ ਆ ਕਿ ਬਹੁਤ ਜ਼ਿਆਦਾ ਇਜ਼ਰਾਈਲੀਆਂ ਨੂੰ ਅਸ਼ੀਰਵਾਦ ਮਿਲੀ ਔਰ ਬਲਾਕ ਨੂੰ ਸਰਾਫ ਮਿਲੇ। ਤੇ ਇਸ ਕਰਕੇ ਬਹੁਤ ਬਲਾਕ ਘਬਰਾਇਆ ਤੇ ਫਿਰ ਹੱਥ ਤੇ ਹੱਥ ਮਾਰਿਆ ਤੇ ਕਹਿੰਦਾ ਹੁਣ ਤੂੰ ਇੱਥੋਂ ਨੱਸ ਜਾ, ਚਲਿਆ ਜਾ, ਤੂੰ ਤਾਂ ਮੈਨੂੰ ਉਲਟਾ ਅਸ਼ੀਰਵਾਦ ਦੇਣ ਦੀ ਬਜਾਏ ਸਰਾਫਾਂ ਦੇ ਨਾਲ ਭਰ ਦਿੱਤਾ ਆ। ਤੇ ਉਹਦੇ ਕੰਮ ਇਸ ਤਰ੍ਹਾਂ, ਉਹਦੇ ਬੋਲੇ ਹੋਏ ਬਚਨ ਕੰਮ ਕਰਦੇ ਸੀਗੇ। ਤੇ ਉਹਦੇ ਅੰਦਰ ਜੇ ਕਿਤੇ ਪਰਮੇਸ਼ਰ ਦਾ ਇਹ ਹੰਕਾਰ ਦੇ ਕੁੱਤੇ ਨਾ ਹੁੰਦੇ, ਨਾ ਇਹ ਕੰਮ ਕਰਦੇ ਲੋਭ ਲਾਲਚ ਦੇ ਕੁੱਤੇ ਉਹਦੇ ਅੰਦਰ, ਉਹ ਜਿਹੜੇ ਇੱਥੇ ਇਹ ਬਚਨ ਆ, ਪਵਿੱਤਰ ਵਸਤੂ ਕੁੱਤਿਆਂ ਨੂੰ ਨਾ ਪਾਓ ਅਤੇ ਆਪਣੇ ਮੋਤੀ ਸੂਰਾਂ ਉੱਗੇ ਨਾ ਸੁੱਟੋ, ਕਿਤੇ ਇਉਂ ਨਾ ਹੋਵੇ ਜੋ ਉਹ ਉਹਨਾਂ ਨੂੰ ਆਪਣੇ ਪੈਰਾਂ ਹੇਠ ਮਿੱਧ ਦੇਣ ਅਤੇ ਮੁੜ ਕੇ ਤੁਹਾਨੂੰ ਪਾੜਨ। ਉਹਨਾਂ ਨੇ ਮੁੜ ਕੇ ਕੀ ਕੀਤਾ? ਇਹਨਾਂ ਨੇ ਬਲਿਆਮ ਨੂੰ ਪਾੜਿਆ। ਇਹਨਾਂ ਨੇ ਇੱਦਾਂ ਹੀ ਇਹ ਸਾਨੂੰ ਪਾੜਦੇ ਆ। ਜੇ ਏਡੇ ਵੱਡੇ ਨਬੀ ਨੂੰ ਪਾੜ ਸਕਦੇ ਆ, ਅਸੀਂ ਇਹਦੇ ਬਾਗ ਦੀ ਮੂਲੀ ਕੀ ਆ ਚੀਜ਼ ਆ। ਸਿਰਫ ਤੇ ਸਿਰਫ ਸਾਡਾ ਇੱਕੋ ਹੀ ਆ, ਹੇ ਪਰਮੇਸ਼ਰ ਅਸੀਂ ਕੁਛ ਨਹੀਂ ਜਾਣਦੇ। ਹੇ ਮੇਰੇ ਪਿਤਾ, ਸਾਡੇ ਤੇ ਤੂੰ ਦਇਆ ਕਰਦੇ, ਸਾਡੇ ਅੰਦਰ ਆਪਣੀਆਂ ਰਹਿਮਤਾਂ ਇੱਦਾਂ ਦੀਆਂ ਬਰਸਾ ਜੋ ਤੇਰਾ ਸੁਭਾਅ ਆ, ਸਾਨੂੰ ਉਹ ਸੁਭਾਅ ਦੇ ਦੇ। ਆਪਣਾ ਪਿਤਾ ਸੁਭਾਅ ਦੇ ਦੇ। ਰੋ ਰੋ ਕੇ ਉਹਦਾ ਸੁਭਾਅ ਮੰਗੋ ਪਰਮੇਸ਼ਰ ਤੋਂ, ਉਹਦਾ ਸੁਭਾਅ ਮੰਗੋ, ਉਹਦਾ ਸੁਭਾਅ ਮੰਗ ਲਓ, ਸੁਖੀ ਹੋ ਜਾਓਗੇ। ਅਸੀਂ ਸਾਰੇ ਸੁਖੀ ਹੋ ਜਾਵਾਂਗੇ ਉਹਦਾ ਸੁਭਾਅ ਲੈ ਕੇ, ਆਨੰਦ ਨਾਲ ਭਰ ਜਾਵਾਂਗੇ। ਆਨੰਦ ਹੀ ਆਨੰਦ, ਹਲੀਮੀ ਸ਼ਾਂਤੀ ਦੇ ਖੇੜੇ ਖੜ ਜਾਣਗੇ। ਤਾਂ ਜੇ ਕਿਤੇ ਇਹਦੇ ਅੰਦਰ ਇਹ ਚੀਜ਼ਾਂ ਨਾ ਹੁੰਦੀਆਂ ਤੇ ਇਹ ਵੀ ਮਤ ਦੇ ਸਕਦਾ ਸੀ ਕਿ ਬਲਾਕ ਨੂੰ ਕਹਿ ਸਕਦਾ ਸੀ ਭਈ ਦੇਖ, ਉਹ ਤਾਂ ਤੇਰੇ ਨਾਲ ਕੋਈ ਵਿਗਾੜ ਨਹੀਂ ਚਾਹੁੰਦੇ, ਉਹ ਤੇਰਾ ਕੁਛ ਖਾਣਾ ਨਹੀਂ ਚਾਹੁੰਦੇ। ਆਹ ਜਿਹੜੀਆਂ ਤੂੰ ਮੂਰਤੀ ਪੂਜਾ ਤੇ ਜਿਹੜੇ ਗੰਦੇ ਕੰਮ, ਤੇਰੇ ਘਣਾਉਣੇ ਕੰਮ ਤੇਰੇ ਵਿੱਚ ਹੁੰਦੇ ਆ, ਤੇਰੀਆਂ ਫੌਜਾਂ 'ਚ ਹੁੰਦੇ ਆ, ਤੇਰੇ ਰਾਜ ਵਿੱਚ ਹੁੰਦੇ ਆ, ਇਹਨਾਂ ਸਾਰਿਆਂ ਨੂੰ ਬੰਦ ਕਰ। ਤੇ ਮੂਰਤੀਆਂ ਉਹਦੀਆਂ ਕਹਿੰਦਾ ਜਾ ਕੇ, ਜੇ ਕਹਿੰਦਾ ਭਈ ਲੈ ਤੇਰੀਆਂ ਸਾਰੀਆਂ ਮੂਰਤੀਆਂ ਨੂੰ ਢਹਿ ਢੇਰੀ ਭੰਨ ਸੱਟ, ਮੂਰਤਾਂ ਅੱਜ ਆਪਣੀਆਂ ਗੁੱਟਨੇ ਲਾ,
ਤੱਪੜ ਵਿਛਾ, ਸਿਰ 'ਚ ਸੁਆਹ ਪਾ, ਜਿੱਦਾਂ ਨੀਂਹ ਵਾਲਿਆਂ ਨੇ ਪਾਈ ਸੀ, ਇਸੇ ਤਰ੍ਹਾਂ ਹੀ ਪਰਮੇਸ਼ਰ ਅੱਗੇ ਬਰਲਾਪ ਕਰੋ, ਰੋਵੋ ਤੇ ਮੰਗੋ ਕਿ ਸਾਡੀ ਇਹ ਜਗ੍ਹਾ ਨੂੰ ਨਾ ਸਾਂਭਣ, ਸਾਨੂੰ ਬਚਾ ਤੇ ਅਸੀਂ ਉਹਨਾਂ ਨਾਲ ਰਲ ਕੇ ਚੱਲੀਏ। ਪ੍ਰਭੂ ਮੂਰਤੀਆਂ ਦੀ ਪੂਜਾ ਅਸੀਂ ਛੱਡ ਦਿੱਤੀ ਆ, ਪ੍ਰਭੂ ਘਿਨਾਉਣੇ ਕੰਮ ਅਸੀਂ ਛੱਡ ਦਿੱਤੇ ਆ, ਪ੍ਰਭੂ ਅਸੀਂ ਵਿਰੋਧ ਛੱਡ ਦਿੱਤਾ ਆ, ਪ੍ਰਭੂ ਅਸੀਂ ਏਕਤਾ ਚਾਹੁੰਦੇ ਆ, ਅਸੀਂ ਇਜ਼ਰਾਈਲੀਆਂ ਦੇ ਨਾਲ, ਅਸੀਂ ਯਕੂਬ ਦੇ ਘਰਾਣੇ ਨਾਲ ਰਲ ਕੇ ਚੱਲੀਏ, ਅਸੀਂ ਭਰਾ ਭਰਾ ਬਣ ਕੇ ਇੱਕ ਦੂਜੇ ਨਾਲ ਸੰਬੰਧ ਬਣ ਕੇ ਚੱਲੀਏ। ਤਾਂ ਕਿ ਉਹ ਪਰਮੇਸ਼ਰ ਨਾ ਕਰਦਾ, ਪਰਮੇਸ਼ਰ ਨਾ ਮੰਨਦਾ। ਬਲਿਆਮ ਨੇ ਉਲਟਾ ਇੱਧਰ ਦੀ ਬਜਾਏ ਇਹ ਮੱਤ ਦਿੱਤੀ ਕਿ ਮੈਨੂੰ ਬਹੁਤ ਕੁਛ ਮਿਲਣਾ ਆ, ਮਿਲਿਆ ਉੱਥੋਂ ਵੀ ਕੱਖ ਨਾ, ਮਿਲਿਆ ਉੱਥੋਂ ਵੀ ਕੱਖ ਨਾ, ਤੇ ਆਖਰ ਉਹਦੇ ਕੁੱਤਿਆਂ ਨੇ ਉਹਨੂੰ ਨਰਕ ਵਿੱਚ ਲਗਾਏ। ਫਿਰ ਪਰਮੇਸ਼ਰ ਨੇ ਕੋਈ ਪੱਖਪਾਤ ਪਰਮੇਸ਼ਰ ਕਿਸੇ ਦਾ ਨਹੀਂ ਕਰਦਾ। ਉਹਨੂੰ ਕੀ ਮਿਲਿਆ ਸੀ? ਆਖਰ ਨਰਕ ਮਿਲਿਆ। ਤੇ ਸਾਨੂੰ, ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ। ਉਹ ਤਾਂ ਏਡਾ ਨਬੀ ਸੀਗਾ, ਪਰਮੇਸ਼ਰ ਨਾਲ ਸਾਖਿਆਤ ਅੱਖਾਂ ਖੁੱਲੀਆਂ ਨਾਲ ਗੱਲਾਂ ਕਰਦਾ ਸੀਗਾ। ਅਸੀਂ ਕੀ ਆ? ਅਸੀਂ ਕਿਹੜੇ ਬਾਗ ਦੀ ਮੂਲੀ ਆ ਇੱਦਾਂ ਦੇ ਨਬੀਆਂ ਦੇ ਲਾਗੇ? ਸਾਡੇ ਅੰਦਰ ਤੇ ਉਹ ਆਲਰੇਡੀ ਇੱਥੇ ਪੈਰ ਹੀ ਕੁੱਤਿਆਂ ਬਿੱਲਿਆਂ ਦੇ ਢੇਰ ਲੱਗੇ ਪਏ ਆ। ਚੌਣੇ ਦੀ ਤਰ੍ਹਾਂ ਇਹ ਸਾਡੇ ਅੰਦਰ ਵੱਗ ਕੰਮ ਕਰਦੇ ਆ। ਮਾੜੀ ਜਿਹੀ ਕੋਈ ਗੱਲ ਕਹਿ ਦੇਵੇ, ਉਸੇ ਵੇਲੇ ਹੀ ਅੱਗ ਦੇ ਭਮਾਕੇ ਬਣ ਜਾਂਦੇ ਆ ਅਸੀਂ। ਮਾੜੀ ਜਿਹੀ ਕੋਈ ਗੱਲ ਹੋ ਜਾਵੇ ਸਹੀ, ਉਸ ਵੇਲੇ ਲੜਾਈ ਵਿੱਢ ਕੇ ਬਹਿ ਜਾਂਦੇ ਆ। ਤੂੰ ਕਹਿ ਕਿੱਦਾਂ ਦਿੱਤੀ? ਨੱਕ ਤੇ ਮੱਖੀ ਬਹਿਣ ਨਹੀਂ ਦੇਣੀ। ਉਹ ਨਿਓ ਨੋ ਨੋ ਨੋ, ਤੂੰ ਹੁੰਦਾ ਕੌਣ ਆ? ਬਸ ਪਤੀ ਪਤਨੀ ਦੀ ਮਾੜੀ ਜਿਹੀ ਗੱਲ ਹੁੰਦੀ ਆ, ਚੱਕੋ ਡਿਵੋਰਸ ਕਰੋ, ਚੱਕੋ ਡਿਵੋਰਸ ਕਰੋ। ਧੀਆਂ ਪੁੱਤਰਾਂ ਦੀ ਮਾੜੀ ਜਿਹੀ ਗੱਲ, ਚੱਕੋ ਮਾਂ ਪਿਓ ਨੂੰ ਪਰੇ ਕੱਢੋ, ਜੁਦੇ ਕਰੋ। ਭੈਣ ਭਰਾ ਨਾਲ ਮਾੜੀ ਜਿਹੀ ਲੜਾਈ ਹੁੰਦੀ ਆ, ਤੇਰੇ ਮੈਂ ਮੱਥੇ ਨਹੀਂ ਲੱਗਣਾ। ਹੇ ਰੱਬਾ ਮਿਹਰ ਕਰੀ, ਹੇ ਰੱਬਾ ਦਇਆ ਕਰੀ, ਦਇਆ ਕਰੀ। ਇਸ ਤਰ੍ਹਾਂ ਪਰਮੇਸ਼ਰ ਨੇ ਇਹ ਸਾਨੂੰ ਇਹ ਦਰਸਾਉਂਦੀ ਆ ਗੱਲ ਕਿ ਏਡੇ ਵੱਡੇ ਨਬੀ ਦੇ ਕੋਲੋਂ ਇਸ ਪਾਸੇ ਨੂੰ ਤੁਰਨ ਦੀ ਬਜਾਏ ਉਸ ਪਾਸੇ ਨੂੰ ਤੁਰ ਗਿਆ। ਪਰਮੇਸ਼ਰ ਨੇ ਸਾਨੂੰ ਦਰਸਾਇਆ ਇੱਦਾਂ ਦੇ ਨਬੀ ਵੀ ਮੈਂ ਕਿਸੇ ਦਾ ਪੱਖਪਾਤ ਨਹੀਂ ਕਰਦਾ। ਤੇ ਸਾਡੇ ਅੰਦਰ ਤੇ ਛਾਉਣੀਆਂ ਹੈ ਨਾ ਕੁੱਤਿਆਂ ਬਿੱਲਿਆਂ ਦੀਆਂ। ਅਸੀਂ ਤੇ ਵਸਤੂ ਜਿੰਨੀ ਹੈ ਨਾ, ਸ਼ੈਤਾਨ ਦੇ ਕੁੱਤੇ ਸਾਡੇ ਅੰਦਰ ਪਲਦੇ ਪਏ ਆ। ਸਾਡੇ ਅੰਦਰਾਂ ਦੇ ਵਿੱਚ ਸ਼ੈਤਾਨ ਦੇ ਕੁੱਤੇ ਪਲਦੇ ਆ, ਸੂਰ ਪਲਦੇ ਪਏ ਆ। ਅਸੀਂ ਸ਼ੈਤਾਨ ਦੇ ਕੁੱਤਿਆਂ ਦੇ ਸੂਰਾਂ ਦੇ ਮੋਹਰੇ ਪਰਮੇਸ਼ਰ ਦੇ ਸਾਹਾਂ ਦੇ ਮੋਤੀ ਸਿੱਟੀ ਜਾਂਦੇ ਆ। ਉਹ ਪਲੀ ਜਾਂਦੇ ਆ, ਫਿੱਟੀ ਜਾਂਦੇ ਆ, ਪਲ ਪਲ ਕੇ ਖਾ ਖਾ ਕੇ ਪਰਮੇਸ਼ਰ ਦਾ ਦਿੱਤਾ ਹੋਇਆ। ਹਾਲੇਲੂਇਆ। ਤੇ ਪਰਮੇਸ਼ਰ ਦੇ ਬਚਨ ਆ ਜਿਹੜੇ ਹੀਰੇ ਤੇ ਜਵਾਹਰ ਰਾਤ ਮੋਤੀ ਆ ਜਿਹੜੇ, ਇਹਨਾਂ ਨੂੰ ਉਹ ਮਿੱਧਦੇ ਆ ਜਦੋਂ ਅਸੀਂ ਬੋਲਦੇ ਹਾਂ। ਅਸੀਂ ਬਚਨ ਵੀ ਪੜ੍ਹਦੇ ਹਾਂ, ਅਸੀਂ ਸੇਵਾ ਵੀ ਕਰਦੇ ਹਾਂ, ਅਸੀਂ ਦਸਵੰਧ ਵੀ ਕਰਦੇ ਹਾਂ, ਸਭ ਕੁਝ ਕਰਦੇ, ਅਸੀਂ ਫਿਰ ਦੁਖੀ ਹਾਂ। ਕਾਰਨ ਕਿਉਂ? ਕਿ ਸਾਡੇ ਅੰਦਰ ਆਹ ਚੀਜ਼ਾਂ ਜਿਹੜੀਆਂ ਆ ਉਹ ਸਾਡੇ ਲਤਾੜਦੀਆਂ ਆ। ਸਾਰੇ ਕਿਸੇ ਨੂੰ ਜਿਹੜੇ ਆ ਪਵਿੱਤਰ ਵਸਤੂ ਆ ਜਿਹੜੀ ਇਹ ਸੂਰਾਂ ਦੇ ਅੱਗੇ ਜਾਂਦੀ ਆ। ਤੇ ਸਾਡੇ ਅੰਦਰ ਇਹ ਕੁੱਤੇ ਆ, ਹੰਕਾਰ ਦੇ, ਕਾਮ ਦੇ, ਤੇ ਕ੍ਰੋਧ ਦੇ, ਲੋਭ ਦੇ ਤੇ ਮੋਹ ਦੇ। ਜਦੋਂ ਪਰਮੇਸ਼ਰ ਨੇ ਆਉਣਾ ਆ, ਹਾਲੇਲੂਇਆ, ਤੇ ਉਸ ਵੇਲੇ ਪਰਮੇਸ਼ਰ ਦੇ ਨਬੀਆਂ ਨੇ ਕਹਿਣਾ, ਦੇਖ ਅਸੀਂ ਆਹ ਕੰਮ ਕੀਤਾ ਤੇਰੇ ਨਾਮ 'ਚ, ਪ੍ਰਭੂ 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 ਪ੍ਰਭੂ। ਤੇ ਪ੍ਰਭੂ ਕਹਿੰਦਾ ਜੇ ਤੁਹਾਡੇ ਵਿੱਚ ਮੇਰੇ ਵਾਲੇ ਨਾ ਗੁਣ ਹੋਏ ਜਿਹੜੇ ਮੈਂ ਮੰਗਦਾ ਆ, ਤੇ ਨਬੀ ਬਲਾਕ ਵਾਲੇ ਤੇ ਬਲਿਆਮ ਵਾਲੇ ਹੋਏ ਨਾ, ਤੇ ਫਿਰ ਮੈਂ ਜਿੱਦਾਂ ਉਹਨਾਂ ਨਾਲ ਕੀਤੀ ਇੱਦਾਂ ਹੀ ਮੈਂ ਤੁਹਾਡੇ ਨਾਲ ਕਰੂੰਗਾ। ਮੈਂ ਤੁਹਾਨੂੰ ਨਹੀਂ ਜਾਣਦਾ ਫਿਰ ਤੁਸੀਂ ਕੌਣ ਆ। ਕੰਮ ਕਰੋ ਪਰਮੇਸ਼ਰ ਦੇ ਨਾਮ ਦੇ ਵਿੱਚ, ਪਰ ਪਰਮੇਸ਼ਰ ਕਰਦਾ ਆ। ਤੇ ਪਰਮੇਸ਼ਰ ਦੇ ਜਿਹੜੇ ਗੁਣ ਆ ਨਾ, ਪਰਮੇਸ਼ਰ ਦੀ ਜਿਹੜੀ ਹਲੀਮੀ ਆ ਨਾ, ਪਰਮੇਸ਼ਰ ਦੀ ਜਿਹੜੀ ਸ਼ਾਂਤੀ ਆ ਨਾ, ਪਰਮੇਸ਼ਰ ਦੀ ਜਿਹੜੀ ਨਿਰਮਤਾ ਆ ਨਾ, ਉਹ ਵੀ ਤੁਹਾਡੇ ਅੰਦਰ ਬਹੁਤ ਮਹਾਨਤਾ ਦੇ ਨਾਲ ਝਲਕਣੀ ਚਾਹੀਦੀ ਆ। ਉਹ ਝਲਕਣੀ ਚਾਹੀਦੀ ਹੈ ਨਿਰਮਤਾ। ਮੈਂ ਨਹੀਂ ਹੋਣੀ ਚਾਹੀਦੀ। ਕੋਈ ਮੁੱਖ ਮੈਂ ਦਾ ਨਹੀਂ ਹੋਣਾ ਚਾਹੀਦਾ। ਪਵਿੱਤਰ ਵਸਤੂ ਕੁੱਤਿਆਂ ਨੂੰ ਨਾ ਪਾਓ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ। ਕਿਤੇ ਇਉਂ ਨਾ ਹੋਵੇ ਜੋ ਉਹ ਉਹਨਾਂ ਨੂੰ ਆਪਣੇ ਪੈਰਾਂ ਹੇਠ ਮਿੱਧ ਦੇਣ ਅਤੇ ਮੁੜ ਕੇ ਤੁਹਾਨੂੰ ਪਾੜਨ, ਤੁਹਾਨੂੰ ਹੀ ਪਾੜ ਸੱਟਣ। ਉਹ ਕਿੱਥੇ ਆ? ਉਹ ਬਾਹਰ ਨਹੀਂ ਆ। ਅਸੀਂ ਇੱਕਦਮ ਕਹਿ ਦਿੰਦੇ ਹਾਂ ਕਿਸੇ ਨੂੰ ਗੱਲ ਸੁਣਾ ਕੇ, ਪ੍ਰਭੂ ਦੀ ਜਾਂ ਕਿਸੇ ਦੀ, ਕੁੱਤਿਆਂ ਦੇ ਅੱਗੇ ਉਹ ਕਹਦੇ ਮੈਂ ਨਹੀਂ ਮੰਨਦਾ, ਮੇਰਾ ਧਰਮ ਬਹੁਤ ਉੱਚਾ ਆ, ਫਲਾਣਾ ਧਮਕੜਾ, ਇੱਦਾਂ ਦੀਆਂ ਗੱਲਾਂ ਚਾਰ ਕਰ ਦਿੰਦਾ ਮੋਹਰਿਓਂ। ਫਿਰ ਤੁਸੀਂ ਅੱਗੋਂ ਕੀ ਕਹਿ ਦਿੰਦੇ ਆ? ਪੜ ਕੇ ਮੂੰਹ ਚੱਟ ਕੇ ਕਹਿ ਦਿੰਦੇ, ਆਹੋ ਪਵਿੱਤਰ ਵਸਤੂ ਕੁੱਤਿਆਂ ਅੱਗੇ ਨਾ ਸੁੱਟੋ, ਸੂਰਾਂ ਅੱਗੇ ਮੋਤੀ ਨਾ ਸੁੱਟੋ। ਉਹ ਨੂੰ ਭਲਿਓ ਲੋਕੋ, ਨਾ ਉਹ ਸੂਰ ਆ ਤੇ ਨਾ ਉਹ ਕੁੱਤੇ ਆ।
ਉਹਨਾਂ ਦੀ ਪ੍ਰਾਰਥਨਾ ਕਰੋ। ਉਹਨਾਂ ਨੂੰ ਸਮਝ ਨਹੀਂਗੀ, ਉਹਨਾਂ ਨੂੰ ਸਮਝ ਨਹੀਂਗੀ। ਜੇ ਬਲਿਆਮ ਉਹਨਾਂ ਨੂੰ ਜਾ ਕੇ ਸਮਝਾਉਂਦਾ, ਮੂਰਤੀਆਂ ਭੰਨ ਸਿੱਟੋ, ਤੱਪੜ ਵਿਛਾਓ, ਸਿਰ 'ਚ ਸੁਆਹ ਪਾਓ, ਵਰਤ ਰੱਖੋ, ਪ੍ਰਭੂ ਅੱਗੇ ਰੋਵੋ, ਬੇਕਾਰ ਆਪਣੇ ਛੱਡੋ, ਆਪਣੇ ਭੈੜੇ ਕੰਮਾਂ ਤੋਂ ਤੋਬਾ ਕਰੋ, ਤਾਂ ਪਰਮੇਸ਼ਰ ਤੁਹਾਨੂੰ ਬਖਸ਼ ਦਊਗਾ, ਤੁਹਾਡਾ ਕੁਛ ਨਹੀਂ ਖੋਊਗਾ। ਤੇ ਸੱਚੀ ਮੁੱਚੀ ਇਦਾਂ ਜ਼ਰੂਰ ਹੋਣਾ ਸੀਗਾ, ਪਰ ਉਹਨੇ ਇਦਾਂ ਦੀ ਬਜਾਏ ਉਲਟਾ ਉਹਦਾ ਖਰਚਾ ਵੀ ਕਰਵਾਇਆ। 7-7 ਬੇਦੀਆਂ, 7-7 ਬੱਕਰੇ, 7-7 ਵੈੜ ਕੇ ਚੜਾ ਕੇ 3-3 ਵਾਰੀ ਬੜੀ ਵਾਹ ਲਾਈ। ਪਰਮੇਸ਼ਰ ਰੀਝ ਪਵੇ, ਪਰਮੇਸ਼ਰ ਰੀਝ ਪਵੇ, ਪਰ ਪਰਮੇਸ਼ਰ ਕਦੀ ਨਹੀਂ ਝੂਠੀਆਂ ਸੁਗੰਧੀਆਂ ਨੂੰ ਰੀਝਦਾ। ਪਰਮੇਸ਼ਰ ਨੂੰ ਝੂਠੇ ਬੰਦਿਆਂ ਦੀਆਂ ਸੁਗੰਧੀਆਂ ਕੋਲੋਂ ਬਦਬੂ ਆਉਂਦੀ ਆ। ਜਿੰਨੇ ਮਰਜ਼ੀ ਪੁੰਨਦਾਨ ਇਹਨਾਂ ਹੱਥਾਂ ਦੇ ਨਾਲ ਕਰ ਲਓ, ਪਰਮੇਸ਼ਰ ਨੂੰ ਨਹੀਂ ਭਾਉਂਦੇ, ਮੁਸ਼ਕ ਆਉਂਦਾ ਉਹਨੂੰ। ਤੇ ਜੇ ਪ੍ਰੇਮ ਆ ਤੇਰੇ ਅੰਦਰ ਤਾਂ ਕੌਡੀ ਚੜੀ ਵੀ ਪਰਮੇਸ਼ਰ ਕੋਲ, ਸਾਰਾ ਕੁਝ ਤਾਂ ਪਰਮੇਸ਼ਰ ਦਾ ਆ। ਤੇਰਾ ਇੱਕ ਦਮੜਾ ਵੀ ਜਿਹੜਾ ਆ, ਇੱਕ ਸਾਹ ਜਿਹੜਾ ਆ, ਉਹ ਪਰਮੇਸ਼ਰ ਦੀ ਝੋਲੀ 'ਚ ਜਾਂਦਾ ਆ। ਸਭ ਤੋਂ ਵੱਡਾ ਦਸਵੰਧ ਸਵਾਸਾਂ ਦਾ ਕੱਢ, ਉਸ ਤੋਂ ਵੱਡਾ ਦਸਵੰਧ ਆਪਣੇ ਔਗਣਾਂ ਦਾ ਕੱਢ। ਉਹ ਜੇ ਹੋਰ ਨਹੀਂ ਕੁਝ ਕੱਢ ਸਕਦਾ ਤੇ ਔਗਣਾਂ ਦਾ ਦਸਵੰਧ ਹੀ ਕੱਢ ਲਾ। ਦਸਵੰਧ ਕੱਢਦਾ ਜਾਏਗਾ ਤੇ ਪ੍ਰਭੂ ਉਹਨੂੰ ਬਦਲਦਾ ਜਾਊਗਾ। ਔਗਣਾਂ ਦਾ ਸਾਹ ਵੀ ਪਰਮੇਸ਼ਰ ਦੇ ਆ, ਸਭ ਕੁਝ ਦਿੱਤਾ, ਸਭ ਕੁਝ ਪਰਮੇਸ਼ਰ ਦਾ ਆ। ਕਿਹੜੀ ਚੀਜ਼ ਦਾ ਤੂੰ ਪਰਮੇਸ਼ਰ ਨੂੰ ਦਸਵੰਧ ਦੇਂਗਾ? ਤੂੰ ਕਾਹਦਾ ਮਾਲਕ ਹੈ ਜਿਹੜਾ ਤੂੰ ਦਸਵੰਧ ਦੇਣਾ ਆ? ਪਰ ਜਿਹੜੇ ਔਗਣ ਇਕੱਠੇ ਕੀਤੇ ਉਹਨਾਂ ਦਾ ਤੂੰ ਮਾਲਕ ਆ। ਔਗਣਾਂ 'ਚੋਂ ਕੱਢ। ਜਦੋਂ ਔਗਣਾਂ 'ਚੋਂ ਕੱਢਿਆ ਤਾਂ ਸਾਰਾ ਕੁਝ ਪਰਮੇਸ਼ਰ ਨੇ, ਤੇ ਆਪੇ ਹੀ ਅਧੀਨ ਹੀ ਉਹਦੇ ਸਾਰਾ ਕੁਝ। ਤੂੰ ਕਹਿਣਾ ਜਿੰਨਾ ਵੀ ਹੋ ਸਕੇ ਮੈਂ ਗਰੀਬ ਦੀ ਸੇਵਾ ਕਰਾਂ, ਜਿੰਨਾ ਹੋ ਸਕਦਾ, ਜਿੱਥੇ ਲੋੜਵੰਦ ਆ ਮੈਂ ਉੱਥੇ ਉਹਦੀ ਸੇਵਾ ਕਰਾਂ, ਜਿਹਨੂੰ ਦੁੱਖ ਆ ਮੈਂ ਉਹਦੀ ਗੱਲ ਸੁਣਾ, ਦੁਖੀਏ ਦੇ ਕੋਲ ਬੈਠਾਂ, ਦੁਖੀਏ ਨੂੰ ਪਰਮੇਸ਼ਰ ਦੀਆਂ ਬਾਤਾਂ ਸੁਣਾਵਾਂ, ਦੁਖੀਏ ਵਾਸਤੇ ਮੈਂ ਟਾਈਮ ਕੱਢਾਂ। ਪਰ ਦੁਖੀਏ ਦੇ ਵਾਸਤੇ ਜਿਹਨੂੰ ਕੋਈ ਨਾ ਪੁੱਛੇ, ਉਹਨੂੰ ਪਰਮੇਸ਼ਰ ਅੱਗੇ ਹੱਥ ਤਾਂ ਜੋੜੋ। ਪਰਮੇਸ਼ਰ ਪੁੱਛਦਾ ਆ, ਪਰਮੇਸ਼ਰ ਪੁੱਛਦਾ ਆ। ਇਸ ਕਰਕੇ ਪਰਮੇਸ਼ਰ ਕਹਿੰਦਾ ਇੱਦਾਂ ਨਾ ਹੋਵੇ ਕਿਤੇ ਇਹ ਫਿਰ ਤੁਹਾਨੂੰ ਹੀ ਮਿੱਧ ਦੇਣ, ਭਾਵ ਕਿ ਇਹ ਤੁਹਾਨੂੰ ਹੀ ਨਰਕਾਂ 'ਚ ਲੈ ਜਾਣ। ਲੂਸੀਫਰ ਨੇ ਤੇ ਨਰਕਾਂ 'ਚ ਲੈ ਜਾਣਾ ਹੀ ਲੈ ਜਾਣਾ ਆ। ਜੇ ਤੁਸੀਂ ਉਹਦੀ ਫੌਜ ਨੂੰ, ਉਹਦੇ ਕੁੱਤਿਆਂ ਨੂੰ ਤੇ ਉਹਦੇ ਸੂਰਾਂ ਨੂੰ ਮੋਤੀ ਸਿੱਟੀ ਗਏ, ਨਾ ਹੰਕਾਰ ਛੱਡਿਆ, ਨਾ ਜਲਸ ਛੱਡੀ, ਨਾ ਵੈਰ ਛੱਡਿਆ, ਨਾ ਵਿਰੋਧ ਛੱਡਿਆ, ਨਾ ਆਪਣਤ ਛੱਡੀ। ਮੈਂ ਵੱਡਾ ਹੋ ਗਿਆ, ਵੱਡਾ ਮੇਰੇ ਇੰਨੇ ਮਤਲਬ ਕਿ ਮੇਰਾ ਆਹ ਹੋ ਗਿਆ, ਮੇਰਾ ਉਹ ਹੋ ਗਿਆ, ਜੇ ਹੋ ਗਿਆ, ਮੇਰਾ ਉਹ ਹੋ ਗਿਆ, ਮੇਰਾ ਨਾਂ ਵੱਡਾ ਹੋ ਗਿਆ। ਬਸ ਵੱਡਾ ਤੂੰ ਨਹੀਂ, ਵੱਡਾ ਇੱਕੋ ਆ, ਵੱਡਾ ਇੱਕੋ ਆ। ਉਹ ਅਸੀਂ ਤਾਂ ਸਾਹ ਦੇ ਪ੍ਰਾਹੁਣੇ ਆ, ਤੇ ਇੱਕ ਸਾਹ ਲੈਣ ਵਾਲਾ ਕੀ ਵੱਡਾ ਹੋ ਸਕਦਾ ਆ? ਇੱਕ ਘਾਹ ਦੀ ਤਿੜ ਨਹੀਂ ਬਣਾ ਸਕਦਾ, ਹੋਰ ਵੱਡਾ ਕੀ ਹੋ ਜਾਣਾ? ਅਸੀਂ ਕੀ ਵੱਡੇ ਹੋ ਜਾਣਾ ਅਸੀਂ? ਦੱਸੋ, ਇੱਕ ਘਾਹ ਦੀ ਤਿੜ ਨਹੀਂ ਬਣਾ ਸਕਦੇ। ਤੋ ਇਹ ਆ ਪਵਿੱਤਰ ਵਸਤੂ ਕੁੱਤਿਆਂ ਨੂੰ ਪਾਉਣੀ। ਸਾਡੇ ਅੰਦਰ ਕੁੱਤੇ ਆ, ਸਾਡੇ ਅੰਦਰ ਸੂਰ ਆ, ਪਰਮੇਸ਼ਰ ਦੇ ਸਾਹ ਹੀਰੇ ਮੋਤੀ ਆ, ਨਰਮੋਲਕ ਜਿਹੜੇ ਕੋਈ ਦੇ ਨਹੀਂ ਸਕਦਾ। ਤੇ ਪਰਮੇਸ਼ਰ ਦੇ ਬਾਣੀ ਤੇ ਪਰਮੇਸ਼ਰ ਦੇ ਬਚਨ ਨਰਮੋਲਕ ਹੀਰੇ ਮੋਤੀ ਆ। ਇਹ ਅਸੀਂ ਆਪਣੇ ਕੁੱਤੇ ਤੇ ਸੂਰਾਂ ਦੇ ਅੱਗੇ ਆਪਣੇ ਹਿਰਦੇ ਵਿੱਚ ਨਾ ਸੁੱਟੀਏ, ਆਪਣੇ ਹਿਰਦੇ ਨੂੰ ਪਵਿੱਤਰ ਕਰੀਏ। ਪਰਮੇਸ਼ਰ ਦੇ ਬਚਨ ਵਿੱਚ ਇੱਕ ਥਾਂ ਤੇ ਬਚਨ 'ਚ ਇਹ ਵੀ ਲਿਖਿਆ ਆ ਕਿ ਤੁਹਾਨੂੰ ਕੋਈ ਹੱਕ ਨਹੀਂ। ਮੈਨੂੰ ਯਾਦ ਨਹੀਂ ਉਹ ਕਿਹੜਾ ਚੈਪਟਰ ਵਿੱਚ ਆ, ਫਿਰ ਆਪਾਂ ਕਿਤੇ ਕੱਢਾਂਗੇ, ਫਿਰ ਉਹਦੀ ਗੱਲ ਕਰਾਂਗੇ। ਪਰ ਤੁਹਾਨੂੰ ਕੋਈ ਹੱਕ ਨਹੀਂਗਾ ਕਿ ਤੁਸੀਂ ਪਰਮੇਸ਼ਰ ਦੀ ਗੱਲ ਵੀ ਕਿਸੇ ਨੂੰ ਸੁਣਾਓ। ਜੇ ਤੁਹਾਡੇ ਅੰਦਰ ਆਪ ਦੇ ਅੰਦਰ ਇਹ ਕਪਟ ਆ ਤਾਂ ਕਪਟਿਓ, ਪਹਿਲਾਂ ਆਪਣੇ ਆਪ ਨੂੰ ਸੁਧਾਰੋ, ਆਪਣੇ ਸਤੀਰ ਨੂੰ ਅੱਖ 'ਚੋਂ ਕੱਢੋ, ਫਿਰ ਭਾਈਆਂ ਦਾ ਕੱਖ ਵੀ ਕੱਢਣ ਤੁਰ ਪਿਓ। ਹਾਲੇਲੂਇਆ, ਹਾਲੇਲੂਇਆ। ਪਹਿਲਾਂ ਆਪਣੇ ਲਈ ਰੋਵੋ। ਪਰਮੇਸ਼ਰ ਦਾ ਹੱਥ ਬਹੁਤ ਤਕੜਾ ਆ, ਪਰਮੇਸ਼ਰ ਦਾ ਹੱਥ ਬਹੁਤ, ਸੱਜਾ ਹੱਥ ਜ਼ੋਰ ਵਾਲਾ ਆ, ਸੱਜਾ ਹੱਥ ਪਰਮੇਸ਼ਰ ਦਾ ਸੂਰਮ ਗਤੀ ਕਰਦਾ ਆ। ਤੇ ਉਹਦੀ ਛਤਰ ਛਾਇਆ ਦੇ ਥੱਲੇ ਆਓ, ਉਹ ਤੋਂ ਮੰਗੋ। ਉਹ ਪਰਮੇਸ਼ਰ ਦਇਆ ਕਰੇ ਤਾਂ ਫਿਰ ਸਾਡੇ ਤੇ ਰਹਿਮਤ ਕਰੇ। ਫਿਰ ਪਰਮੇਸ਼ਰ ਕਹਿੰਦਾ ਮੰਗੋ, ਇਹ ਮੰਗੋ। ਮੰਗਣਾ ਤਾਂ ਇਹ ਚੀਜ਼ਾਂ ਮੰਗੋ। ਇਹ ਪਰਮੇਸ਼ਰ ਦਇਆ ਕਰ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ, ਅਤੇ ਢੂੰਡਣ ਵਾਲੇ ਨੂੰ ਲੱਭਦਾ ਹੈ, ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ। ਹਾਲੇਲੂਇਆ। ਦੇਖੋ ਪਰਮੇਸ਼ਰ ਕਹਿੰਦਾ ਖੜਕਾਓ ਤੇ ਸਹੀ, ਮੰਗੋ ਤੇ ਸਹੀ, ਪਰਮੇਸ਼ਰ ਦਊਗਾ। ਅਸੀਂ ਮੰਗੀਏ ਤਾਂ ਸਾਨੂੰ ਮਿਲੂਗਾ ਨਾ, ਐਵੇਂ ਨਹੀਂ ਨਾ ਮਿਲਣਾ। ਮੰਗੇ, ਪਰਮੇਸ਼ਰ ਦਾ ਵਾਅਦਾ ਆ ਕਿ ਆਪਣੇ ਬੁੱਲਾਂ ਤੋਂ ਬੋਲ,
ਆਪਣੇ ਬੁੱਲਾਂ ਦੇ ਨਾਲ ਬਚਨ ਕਰ। ਤੇਰੇ ਬੁੱਲ ਬੋਲਣ ਨੂੰ ਦਿੱਤੇ ਆ, ਜੀਭ ਤੇਰੀ ਬੋਲਣ ਨੂੰ ਲਾਈ ਆ। ਹਾਲੇਲੂਇਆ। ਜੀਭ ਮਿੱਠਾ ਬੋਲਣ ਨੂੰ ਲਾਈ ਆ, ਕੌੜਾ ਬੋਲਣ ਨੂੰ ਨਹੀਂ ਲਾਈ। ਜੀਭ ਗਾਲਾਂ ਕੱਢਣ ਨੂੰ ਨਹੀਂ ਲਾਈ, ਜੀਭ ਪਰਮੇਸ਼ਰ ਦੇ ਗੀਤ ਗਾਉਣ ਨੂੰ ਲਾਈ ਆ। ਜੀਭ ਚੁਗਲੀਆਂ ਕਰਨ ਨੂੰ ਨਹੀਂ ਲਾਈ, ਜੀਭ ਪਰਮੇਸ਼ਰ ਦਾ ਬਚਨ ਬੋਲਣ ਦੇ ਲਈ ਲਾਈ ਆ। ਸੁਰਤੀ ਤੈਨੂੰ ਚੰਗੀ ਪਰਮੇਸ਼ਰ ਨਾਲ ਸੁਣ ਸਮਾਧੀ ਲਾਉਣ ਲਈ ਲਾਈ ਆ, ਨਾ ਕਿ ਭੈੜੇ ਕੰਮਾਂ ਨੂੰ ਇਕੱਠਾ ਕਰੇ। ਹਾਲੇਲੂਇਆ। ਧੰਨਵਾਦ ਪਰਮੇਸ਼ਰ, ਤੇਰਾ ਧੰਨਵਾਦ, ਤੇਰਾ ਧੰਨਵਾਦ। ਫਿਰ ਪਰਮੇਸ਼ਰ ਜੀ ਕਹਿੰਦਾ ਤੁਹਾਨੂੰ ਦਿੱਤਾ ਜਾਊਗਾ, ਜਾਂ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤਰ ਉਸ ਨੂੰ ਰੋਟੀ ਮੰਗੇ ਤਾਂ ਉਹਨੂੰ ਪੱਥਰ ਦੇਵੇ, ਅਤੇ ਜੇ ਉਸ ਤੋਂ ਮੱਛੀ ਮੰਗੇ ਤਾਂ ਉਹਨੂੰ ਸੱਪ ਦੇਵੇ, ਜੇ ਉਹ ਤੋਂ ਅੰਡਾ ਮੰਗੇ ਤਾਂ ਉਹਨੂੰ ਬਿੱਛੂ ਦੇਵੇ। ਕਿਹੜਾ ਆ ਪੁੱਤ, ਕਿਹੜਾ ਪੇ ਆ ਜਿਹੜਾ ਇੱਦਾਂ ਆਪਣੇ ਪੁੱਤ ਨਾਲ ਕਰਦਾ ਆ? ਕਿਹੜੀ ਮਾਂ ਪੇ ਆ ਜਿਹੜਾ ਇੱਦਾਂ ਕਰੂਗਾ? ਨਹੀਂ। ਸੋ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ, ਕਿੰਨਾ ਵਧੀਕ ਤੁਹਾਡਾ ਸਵਰਗੀ ਪਿਤਾ ਤੁਹਾਡੇ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤੂਆਂ ਦੇਊਗਾ। ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਊਗਾ। ਸਵਰਗੀ ਪਿਤਾ ਪਵਿੱਤਰ ਆਤਮਾ ਦੇਊਗਾ। ਆਪਣੇ ਮੰਗਣ ਵਾਲਿਆਂ ਨੂੰ ਆਪਣੇ ਖੂਨ ਦੇ ਨਾਲ ਨਹਾਊਗਾ। ਆਪਣੇ ਮੰਗਣ ਵਾਲਿਆਂ ਨੂੰ ਮੇਰਾ ਪਰਮੇਸ਼ਰ ਮੁਕਤੀ ਦਾ ਟੋਪ ਦੇਊਗਾ। ਆਪਣੇ ਮੰਗਣ ਵਾਲਿਆਂ ਨੂੰ ਮੇਰਾ ਪਰਮੇਸ਼ਰ ਉਮਰ ਵਿੱਚ ਵਾਧਾ ਕਰੂਗਾ। ਆਪਣੇ ਮੰਗਣ ਵਾਲਿਆਂ ਦੇ ਮੇਰਾ ਪਰਮੇਸ਼ਰ ਕਹਿੰਦਾ ਇੱਕ ਵੀ ਅੰਗ ਨਾ ਤੋੜਿਆ ਜਾਊਗਾ। ਆਪਣੇ ਮੰਗਣ ਵਾਲਿਆਂ ਨੂੰ ਮੇਰਾ ਪਰਮੇਸ਼ਰ ਉਹ ਜਿਹੜੇ ਨਰਕ ਦੀ ਅੱਗ ਬੁਝਦੀ ਨਹੀਂ, ਕੀੜੇ ਮਰਦੇ ਨਹੀਂ, ਲਾਵਾ ਠੰਡਾ ਹੁੰਦਾ ਨਹੀਂਗਾ, ਉੱਥੋਂ ਲੂਸੀਫਰ ਤੋਂ ਆਪਣਾ ਖੂਨ ਦੇ ਕੇ ਕੱਢੂਗਾ। ਉਹ ਕੱਢਿਆ, ਉਹਨੇ ਸਾਨੂੰ ਕੱਢਣ ਦੇ ਲਈ ਆਇਆ ਉਹ ਸਾਨੂੰ। ਹਾਲੇਲੂਇਆ। ਤੇ ਸਾਨੂੰ ਪਵਿੱਤਰ ਆਤਮਾ ਸਾਡੇ ਅੰਦਰ ਉਹ ਪ੍ਰਗਟ ਕਰੂਗਾ। ਜਦੋਂ ਅਸੀਂ ਉਹ ਤੋਂ ਮੰਗਾਂਗੇ ਤੇ ਕਿੰਨਾ ਵਧੀਕ ਦੇਊਗਾ ਉਹ। ਹਾਲੇਲੂਇਆ। ਅਸੀਂ ਪਪੀਏ ਵਾਂਗੂ ਮੰਗਣ ਵਾਲੇ ਬਣ ਜਾਈਏ। ਪ੍ਰਿਓ 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 ਅਸੀਂ ਕਰਕੇ ਪਰਮੇਸ਼ਰ ਕੋਲੋਂ ਮੰਗੇ। ਜਦੋਂ ਪਪੀਹਾ ਮੰਗਦਾ ਆ, ਸਵਾਤੀ ਬੂੰਦ ਡਿੱਗਦੀ ਆ, ਪਹਿਲੀ ਬੂੰਦ ਪਪੀਹੇ ਦੇ ਸਿਰ ਵਿੱਚ ਪੈਂਦੀ ਆ, ਪਪੀਹੇ ਦੀ ਪਿਆਸ ਬੁਝਦੀ ਆ। ਸਾਡੇ ਵੀ ਅੰਦਰ ਪਰਮੇਸ਼ਰ ਦੀ ਸਵਾਤੀ ਬੂੰਦ ਲਈ ਅਸੀਂ ਇੱਦਾਂ ਹੀ ਤਰਸੀਏ ਕਿ ਸਾਡੇ ਵੀ ਕਿਤੇ ਦਿਲ ਦਿਮਾਗ ਦੇ ਵਿੱਚ ਇਹ ਸਵਾਤੀ ਬੂੰਦ ਪੈ ਜਾਵੇ। ਪਰਮੇਸ਼ਰ ਹਾਲੇ ਸਾਡੇ ਕਪਟ, ਸਾਡੇ ਹੰਕਾਰ, ਸਾਡੇ ਕ੍ਰੋਧ, ਸਾਡੇ ਲੋਭ, ਸਾਡੀ ਈਰਖਾ, ਜਲਸਬਾਜ਼ੀ, ਚੁਗਲੀਆਂ ਚਪੱਟੀਆਂ, ਕਿਸੇ ਨੂੰ ਝੂਠੀਆਂ ਊਜਾਂ ਨਾਲ ਲਾ ਕੇ ਬਦਨਾਮ ਕਰ ਦੇਣਾ, ਇਹ ਸਾਡੇ ਵਿੱਚੋਂ ਨਿਕਲ ਜਾਣ, ਖਤਮ ਹੋ ਜਾਣ, ਭਸਮ ਹੋ ਜਾਣ, ਸਵਾਹ ਹੋ ਜਾਣ, ਤਬਾਹ ਹੋ ਜਾਣ। ਇਹਨਾਂ ਨੂੰ ਯਸੂ ਨਾਸਰੀ ਪਿਤਾ ਪਵਿੱਤਰ ਆਤਮਾ ਤੇਰੀ ਅੱਗ ਪਵੇ, ਸਾਡੇ ਉੱਤੇ ਅੱਗ ਪਵੇ। ਹਾਲੇਲੂਇਆ। ਇਹਦਾ ਫੱਕਾ ਨਾ ਰਵੇ, ਇਹ ਕੱਖ ਨਾ ਰਵੇ, ਇਹਨਾਂ ਦੀ ਤਬਾਹੀ ਹੋ ਜਾਵੇ। ਯਸੂ ਨਾਸਰੀ ਦੇ ਨਾਮ 'ਚ ਅਸੀਂ ਇਹੋ ਮੰਗੀਏ, ਇਹੋ ਮੰਗੀਏ। ਹੇ ਪਿਤਾ, ਸਾਡੇ ਉੱਤੇ ਸਵਰਗ ਦੀਆਂ ਖਿੜਕੀਆਂ ਤੇਰੀਆਂ ਖੁੱਲ੍ਹ ਜਾਣ, ਤੇਰੀ ਦਇਆ ਦੀਆਂ, ਤੇਰੀ ਹਲੀਮੀ ਦੀਆਂ, ਤੇਰੀ ਸ਼ਾਂਤੀ ਦੀਆਂ, ਅਕਲ ਮਤ ਬੁੱਧ ਦੀਆਂ, ਤੇਰੀ ਦਿਆਲਗੀ ਦੀਆਂ। ਹੇ ਪਿਤਾ, ਸਾਡੇ 'ਤੇ ਇਹ ਰਹਿਮਤ ਕਰ, ਸਨੇਚਾ ਅਤੇ ਪ੍ਰੇਮ ਦੀਆਂ। ਹੇ ਪਿਤਾ, ਸਾਡੇ 'ਤੇ ਰਹਿਮਤ ਕਰ, ਇਹ ਰਹਿਮਤਾਂ ਕਰ। ਤੁਸੀਂ ਜਦੋਂ ਵਾਰ-ਵਾਰ ਇਹ ਮੰਗੋਗੇ ਤੇ ਉਹ ਦਾਤਾਂ ਨੂੰ, ਜਿਹੜੀਆਂ ਗੰਦੀਆਂ ਚੀਜ਼ਾਂ, ਉਹਨਾਂ ਨੂੰ ਕਹੋਗੇ ਅੱਗ 'ਚ ਪਾ, ਜਿਹੜੀਆਂ ਸਾਡੇ ਅੰਦਰ ਆ, ਨਾਂ ਲੈ ਲੈ ਕੇ ਉਹ ਵੈਰ ਵਿਰੋਧ ਦੇ ਸਾਰੇ ਦੇ ਇਹ ਅੱਗ 'ਚ ਪੈ ਜਾਵੇ। ਜਿਹੜਾ ਮੇਰੇ ਅੰਦਰ ਜਲਸ ਦਾ ਕੁੱਤਾ ਆ, ਜਿਹੜੀ ਮੇਰੇ ਅੰਦਰ ਜਲਸ ਦੀ ਕੁੱਤੀ ਆ, ਉਹਨੂੰ ਅੱਗ ਪਵੇ। ਉਹ ਜਲਸ ਦੇ ਕੁੱਤੇ ਨੂੰ ਹੰਕਾਰ ਨੂੰ ਅੱਗ ਪਵੇ, ਤਾਂ ਉਹ ਮੇਰੇ ਅੰਦਰ ਆ, ਜਿਹੜਾ ਮੇਰੇ ਅੰਦਰ ਕਿਸੇ ਨਾਲ ਵਿਰੋਧ ਕਰਦਾ ਆ। ਹਾਲੇਲੂਇਆ। ਜਿਹੜਾ ਮੇਰੀ ਸ਼ਾਂਤੀ ਨੂੰ ਭੰਗ ਕਰਦਾ ਆ, ਤਾਂ ਫਿਰ ਜ਼ਰੂਰ ਉਹ ਅੱਗ 'ਚ ਸੜੂਗਾ, ਜ਼ਰੂਰ ਸੜੂਗਾ। ਬਾਹਰੀ ਦੁਨੀਆ ਵਿੱਚੋਂ ਕੋਈ ਵੀ ਤੁਹਾਡਾ ਫਿਰ ਬੁਰਾ ਨਹੀਂ ਕਰ ਸਕੂਗਾ, ਕਦੀ ਵੀ ਨਹੀਂ ਕਰ ਸਕੂਗਾ। ਤੁਹਾਡਾ ਪਰਮੇਸ਼ਰ ਤੁਹਾਡੀ ਰਾਖੀ ਕਰੂਗਾ। ਜਿੱਦਾਂ ਬਲਿਆਮ ਦੇ ਕੋਲੋਂ ਵੀ ਪਰਮੇਸ਼ਰ ਨੇ ਅਜ਼ਰੇਲੀਆਂ ਨੂੰ, ਯਕੂਬ ਦੇ ਘਰਾਣੇ ਨੂੰ ਆਸ਼ੀਰਵਾਦਾਂ ਦਵਾਈਆਂ, ਤੇ ਬਲਾਕ ਨੂੰ ਸਰਾਫ ਆਟੋਮੈਟਿਕ ਚਲੇ ਗਏ। ਇਸੇ ਤਰ੍ਹਾਂ ਹੀ ਹੋਊਗੀ ਜੇ ਅਸੀਂ ਉਹਦੇ ਬੱਚੇ ਬਣਾਂਗੇ। ਤਾਂ ਸੋ ਪਰਮੇਸ਼ਰ ਕਹਿੰਦਾ, ਸੋ ਜੋ ਕੁਝ ਤੁਸੀਂ ਚਾਹੁੰਦੇ ਹੋ, ਜੋ ਮਨੁੱਖ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਵੇਂ ਹੀ ਕਰੋ। ਕਿਉਂ? ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹਰ ਬੰਦਾ ਮੇਰੀ ਇੱਜ਼ਤ ਕਰੇ, ਮੇਰੀ ਇੱਜ਼ਤ ਕਰੇ, ਮੈਂ ਆਵਾਂ ਤੇ ਬਸ ਮੇਰੇ ਲਈ ਤਾਲੀਆਂ ਵੱਜਣ, ਮੇਰੇ ਲਈ ਹੱਥ ਜੋੜ ਕੇ ਖੜੇ ਹੋ ਜਾਣ, ਮੈਨੂੰ ਸਲਾਮਾਂ ਕਰਨ। ਜੇ ਤੂੰ ਇੱਦਾਂ ਚਾਹੁੰਦਾ ਆ ਤੇ ਹਰ ਕੋਈ ਇੱਦਾਂ ਚਾਹੁੰਦਾ ਹੋਊਗਾ। ਤੁਸੀਂ ਜੇ ਚਾਹੁੰਦੇ ਆ ਇਸ ਤਰ੍ਹਾਂ ਸਾਡੇ ਨਾਲ ਕੋਈ ਕਰੇ, ਤੇ ਤੁਸੀਂ ਵੀ ਦੂਸਰਿਆਂ ਨਾਲ ਇੱਦਾਂ ਹੀ ਕਰੋ। ਤੁਸੀਂ ਵੀ ਦੂਸਰੇ ਨੂੰ ਇੱਦਾਂ ਹੀ ਪਿਆਰ ਦਿਓ, ਜਿੱਦਾਂ ਤੁਸੀਂ ਪਿਆਰ ਇੱਕ ਤੇ ਆਪਣਾ ਮੰਗਦੇ ਆ, ਦੂਜਿਆਂ ਕੋਲੋਂ ਵੀ ਪਿਆਰ ਇੱਦਾਂ ਹੀ ਮੰਗੋ। ਕਿਉਂ ਕਿ ਕਈ ਵਾਰੀ ਆਪਾਂ ਦੇਖਦੇ ਹਾਂ, ਆਪਾਂ ਕਿਸੇ ਨੂੰ ਬਚਨ ਭੇਜਦੇ ਹਾਂ
ਤੇ ਕੋਈ ਥੈਂਕ ਯੂ ਵੀ ਨਹੀਂ ਕਰਦਾ ਬਚਨ ਮੁਰੇ ਭੇਜਿਆ ਪਰਮੇਸ਼ਰ ਦਾ ਬਚਨ, ਥੈਂਕ ਯੂ ਵੀ ਨਹੀਂ ਕਰਦਾ। ਹੋਰ ਤਾਂ ਕੁਝ ਕੀ ਕਹਿਣਾ, ਇੰਨਾ ਵੀ ਨਹੀਂ ਕਹਿੰਦਾ ਵੀ ਇਹਦੇ ਮੁਰੇ ਇੱਕ ਇੰਨਾ ਹੀ ਲਫ਼ਜ਼ ਲਾ ਦਈਏ ਵੀ ਆਮੀਨ, ਇੰਨਾ ਹੀ ਕਹਿ ਕੇ ਸੈਂਡ ਕਰ ਦਈਏ ਵਾਪਸ ਕਿ ਤੁਸੀਂ ਵੱਡੇ ਬੰਦੇ ਆ। ਹੰਕਾਰ ਕੰਮ ਕਰਦਾ ਆ, ਵੱਡੇ ਬੰਦੇ ਆ, ਤੁਹਾਡੇ ਕੋਲ ਟਾਈਮ ਨਹੀਂ ਇੱਕ ਆਮੀਨ ਕਹਿਣ ਨੂੰ। ਪਰ ਉਹ ਤਾਂ ਪਰਮੇਸ਼ਰ ਦੇ ਬਚਨ ਨੂੰ ਕਹਿਣਾ ਹੈ। ਕੋਈ ਤੁਹਾਨੂੰ ਬਚਨ ਭੇਜਦਾ ਹੈ, ਤੁਸੀਂ ਆਮੀਨ ਵੀ ਨਹੀਂ ਕਰਦੇ, ਹੋਰ ਤਾਂ ਕੀ ਕਹਿਣਾ ਹੈ ਕੁਛ। ਤੇ ਜੇ ਕੋਈ ਤੁਹਾਨੂੰ ਬਚਨ ਭੇਜਦਾ, ਤੁਸੀਂ ਬਚਨ ਭੇਜਦੇ ਆ, ਤੁਹਾਨੂੰ ਨਹੀਂ ਕੋਈ ਕਰਦਾ, ਤੁਹਾਨੂੰ ਮਹਿਸੂਸ ਹੁੰਦਾ ਮੈਂ ਤਾਂ ਬਚਨ ਭੇਜਿਆ ਸੀ, ਉਹਨੇ ਤਾਂ ਮੇਰੇ ਬਚਨ ਦਾ ਕੋਈ ਆਨਸਰ ਹੀ ਨਹੀਂ ਕੀਤਾ। ਕੋਈ ਤੁਹਾਨੂੰ ਬਚਨ ਭੇਜੇ, ਮੇਰੇ ਪਿਆਰਿਓ, ਪਰਮੇਸ਼ਰ ਦਿਓ ਪਿਆਰਿਓ ਆਤਮਾਵੋ, ਪਰਮੇਸ਼ਰ ਦੀ ਪਿਆਰੀ ਰੂਹੋ, ਇਹ ਗੱਲ ਸਿੱਖ ਜਾਈਏ ਸੁਣ ਕੇ ਇਹ ਪਰਮੇਸ਼ਰ ਕੋਲੋਂ ਵੀ ਅਸੀਂ ਦੂਜਿਆਂ ਕੋਲੋਂ ਇੱਜ਼ਤ ਮੰਗਦੇ ਹਾਂ ਤੇ ਅਸੀਂ ਆਪ ਵੀ ਇੱਜ਼ਤ ਦਈਏ। ਕਿਸੇ ਦਾ ਬਚਨ ਪਰਮੇਸ਼ਰ ਦਾ ਤੁਹਾਨੂੰ ਆਉਂਦਾ ਆ ਜਾਂ ਪ੍ਰੇਮ ਦੇ ਨਾਲ ਕੋਈ ਤੁਹਾਨੂੰ ਹੋਰ ਕੋਈ ਬਚਨ ਕਿਸੇ ਤਰ੍ਹਾਂ ਦਾ ਵੀ ਭੇਜਦਾ ਆ ਪ੍ਰੇਮ ਦਾ, ਤੁਸੀਂ ਵੀ ਉਹਨੂੰ ਡਬਲ ਕਰਕੇ ਭੇਜੋ। ਜੇ ਤੁਸੀਂ ਨਹੀਂ ਭੇਜਦੇ ਤਾਂ ਫਿਰ ਪਰਮੇਸ਼ਰ ਨੂੰ ਤੁਹਾਨੂੰ ਉਹਦਾ ਫਲ ਜਿਹੜਾ ਦੇਣਾ ਪਊਗਾ। ਇਸ ਬੰਦੇ ਨੇ, ਇਸ ਰੂਹ ਨੇ ਤੇਰੀ ਇੱਜ਼ਤ ਕੀਤੀ ਆ ਔਰ ਤੂੰ ਉਲਟਾ ਉਹਦੀ ਜਰਾ ਜਿੰਨੀ ਵੀ ਨਹੀਂ ਕੀਤੀ। ਜੇ ਤੂੰ ਉਹਦੇ ਕੋਲੋਂ ਮੰਗਦਾ ਆ, ਇੱਜ਼ਤ ਮੰਗਦਾ ਆ, ਤੇ ਤੇਰਾ ਫਰਜ਼ ਬਣਦਾ ਤੂੰ ਵੀ ਉਹਨੂੰ ਦੇ। ਇਹ ਚੀਜ਼ਾਂ ਪਰਮੇਸ਼ਰ ਵਿੱਚ ਆ, ਇਹ ਪਰਮੇਸ਼ਰ ਦੇ ਸੁਭਾਅ ਦੀਆਂ ਚੀਜ਼ਾਂ ਆਪਾਂ ਗੱਲਾਂ ਕਰ ਰਹੇ ਹਾਂ। ਪਰਮੇਸ਼ਰ ਦਾ ਸੁਭਾਅ ਇੱਦਾਂ ਦਾ ਆ, ਅਸੀਂ ਇਸ ਸੁਭਾਅ ਨੂੰ ਵਰਤਣਾ ਆ। ਅਸੀਂ ਕਿਸੇ ਤੇ ਇਹ ਪੁਆਇੰਟ ਨਹੀਂ ਕਰ ਰਹੇ ਕਿ ਉਹ ਇੱਦਾਂ ਨਹੀਂ ਕਰਦਾ, ਉਹ ਇੱਦਾਂ ਨਹੀਂ ਕਰਦਾ, ਇੱਦਾਂ ਨਹੀਂ ਕਰਦਾ। ਭਾਵ ਐਗਜ਼ਾਮਪਲ ਤੌਰ 'ਤੇ ਗੱਲ ਕਰਦੇ ਹਾਂ ਆਪਾਂ। ਉਹ ਨਾ ਕਰਨ ਵਾਲਿਆਂ ਨੂੰ ਪਰਮੇਸ਼ਰ ਜਾਣਦਾ ਆ, ਪਰ ਆਪਣਾ ਸੁਭਾਅ ਇਹੋ ਜਿਹਾ ਹੋਣਾ ਚਾਹੀਦਾ, ਕਿਉਂਕਿ ਬਚਨ ਇਸ ਤਰ੍ਹਾਂ ਆਇਆ ਆ ਜੋ ਤੁਹਾਡੇ ਨਾਲ ਜੋ ਕੁਝ ਤੁਸੀਂ ਚਾਹੁੰਦੇ ਹੋ, ਜੋ ਮਨੁੱਖ ਤੁਹਾਡੇ ਨਾਲ ਕਰਨ ਔਰ ਤੁਸੀਂ ਵੀ ਉਹਨਾਂ ਨਾਲ ਉਵੇਂ ਹੀ ਕਰੋ, ਕਿਉਂ ਜੋ ਤੁਰੇਤ ਅਤੇ ਤੁਸੀਂ ਵੀ ਉਹਨਾਂ ਨਾਲ ਉਵੇਂ ਹੀ ਕਰੋ। ਜਿੱਦਾਂ ਤੁਸੀਂ ਪਿਆਰ ਮੰਗਦੇ ਆ ਉਹਨਾਂ ਨਾਲ ਵੀ ਤੁਸੀਂ ਉੱਦਾਂ ਦਾ ਪਿਆਰ ਕਰੋ। ਐਗਜ਼ਾਮਪਲ, ਕਿਉਂ ਜੋ ਤੁਰੇਤ ਤੇ ਨਬੀਆਂ ਦਾ ਇਹੋ ਮਤਲਬ ਹੈ, ਭੀੜੇ ਫਾਟਕ ਤੋਂ ਵੜੋ, ਕਿਉਂ ਜੋ ਮੋਕਲਾ ਹੈ ਉਹ ਫਾਟਕ ਖੁੱਲ੍ਹਾ ਹੈ, ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ। ਖੁੱਲ੍ਹੇ ਰਾਹ ਦੇ ਵਿੱਚ ਵੜਨਾ ਤਾਂ ਬੜਾ ਸੌਖਾ ਆ, ਪਰ ਜਾਂਦਾ ਨਾਸ ਨੂੰ ਆ। ਭੀੜੇ ਰਾਹ ਦੇ ਵਿੱਚ ਵੜਨਾ ਬੜਾ ਔਖਾ ਆ, ਪਰ ਜਾਂਦਾ ਪਰਮੇਸ਼ਰ ਦੇ ਘਰ ਨੂੰ ਆ। ਭੀੜਾ ਰਾਹ ਇਹੋ ਹੀ ਆ ਕਿ ਤੁਸੀਂ ਪਰਮੇਸ਼ਰ ਦੇ ਸੁਭਾਅ ਨੂੰ ਪੈਦਾ ਆਪਣੇ ਅੰਦਰ ਕਰਨਾ ਆ। ਇਹ ਭੀੜਾ ਰਾਹ ਆ, ਪਰਮੇਸ਼ਰ ਦੇ ਸੁਭਾਅ ਨੂੰ ਆਪਣੇ ਅੰਦਰ ਪੈਦਾ ਕਰਨਾ, ਇਹ ਭੀੜਾ ਰਾਹ ਆ ਜੋ ਆ ਬਹੁਤ ਬਚਨਾਂ ਵਿੱਚ ਸਿਖਾਇਆ ਗਿਆ ਹੈ ਵਾਰ-ਵਾਰ ਤੁਹਾਨੂੰ। ਤਾਂ ਇਹ ਪਰਮੇਸ਼ਰ ਦਾ ਰਾਹ ਆ ਤੇ ਖੁੱਲ੍ਹਾ, ਤੇ ਜਿਹੜਾ ਆ ਇਹ ਖੁੱਲ੍ਹਾ ਆ। ਇਹ ਵੜਨ ਨੂੰ ਤਾਂ ਬੜਾ ਸੰਕਾਰ ਵਾਲਾ ਰਾਹ ਸੌਖਾ ਲੱਗਦਾ ਆ, ਲੋਭ ਲਾਲਚ ਵਾਲਾ ਮੈਂ ਕਰਨ ਵਾਲਾ ਬੜਾ ਸੌਖਾ ਲੱਗਦਾ ਆ, ਸੌਖੇ ਹੀ ਵੜਿਆ ਜਾਂਦਾ ਆ, ਪਰ ਇਹ ਨਰਕ ਨੂੰ ਲੈ ਕੇ ਜਾਊਗਾ। ਸਦਾ ਰੋਣਾ ਤੇ ਕਚੀਚੀਆਂ ਵੱਟਣਾ ਉੱਥੇ ਹੋਊਗਾ। ਹਰ ਪਤੀ ਪਤਨੀ ਦੀ ਇੱਜ਼ਤ ਕਰੇ, ਪਤੀ ਪਤਨੀ ਦੀ ਇੱਜ਼ਤ ਕਰੇ, ਪਤਨੀ ਪਤੀ ਦੀ ਇੱਜ਼ਤ ਕਰੇ, ਇੱਕ ਦੂਜੇ ਨੂੰ ਜਾਨ ਤੱਕ ਇੱਜ਼ਤ ਕਰੋ। ਬੱਚੇ ਮਾਪਿਆਂ ਦੀ ਇੱਜ਼ਤ ਕਰਨ ਤੇ ਮਾਪੇ ਬੱਚਿਆਂ ਨੂੰ ਅਸ਼ੀਰਵਾਦ ਦੇਣ। ਭੈਣ ਭਰਾਵਾਂ ਦੀ ਇੱਕ ਦੂਸਰੇ ਦੀ ਇੱਜ਼ਤ ਕਰੋ। ਨਹੀਂ ਕੋਈ ਬੁਲਾਉਂਦਾ ਉਹਦੀ ਅਰਦਾਸ ਕਰੀ ਜਾਓ। ਦੋਸਤਾਂ ਮਿੱਤਰਾਂ ਦੀ ਇੱਜ਼ਤ ਕਰੋ। ਨਹੀਂ ਕੋਈ ਬੁਲਾਉਂਦਾ ਉਹਨਾਂ ਦੀ ਪ੍ਰਾਰਥਨਾ ਕਰੀ ਜਾਓ। ਹਾਲੇਲੂਇਆ, ਧੰਨਵਾਦ। ਅੱਛਾ, ਫਿਰ ਪਰਮੇਸ਼ਰ ਕਹਿੰਦੇ ਆ ਫਾਟਕ ਭੀੜੇ ਤੇ ਖੁੱਲ੍ਹੇ ਦੀ ਗੱਲ ਵੀ ਤੁਹਾਨੂੰ ਸਮਝ ਆ ਗਈ ਆ ਕਿ ਭੀੜਾ ਰਾਹ ਤੇ ਖੁੱਲ੍ਹੇ ਰਾਹ ਦਾ ਕੀ ਮਤਲਬ ਆ। ਤੇ ਕਿਉਂਕਿ ਜਿਹੜਾ ਭੀੜਾ ਆ ਇਹ ਜੀਉਣ ਵਾਲਾ ਰਾਹ ਆ, ਇਹਦੇ ਵਿੱਚ ਸਦਾ ਜੀਉਣ ਆ। ਤੇ ਇਹਨੂੰ ਪਰਮੇਸ਼ਰ ਕਹਿੰਦਾ ਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ, ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ। ਕਰੋੜਾਂ ਚੋਂ ਵਿਰਲੇ ਆ ਉਹ ਜਿਹੜੇ ਇਸ ਰਾਹ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਆ। ਇਸ ਰਾਹ ਦੀ ਅੱਜ ਸਿੱਖਿਆ ਦਿੱਤੀ ਗਈ ਆ ਪਰਮੇਸ਼ਰ ਵੱਲੋਂ ਆਪਾਂ ਨੂੰ, ਬਚਨਾਂ ਦੇ ਦੁਆਰਾ ਪੂਰੀ ਸਿੱਖਿਆ ਦਿੱਤੀ ਗਈ ਆ। ਪਰ ਜਿੰਨੀ ਇਹਦੀ ਉਚਾਈ ਆ ਸਿੱਖਿਆ ਦੀ, ਉਹਨੂੰ ਕੋਈ ਛੂਹ ਨਹੀਂ ਹੋ ਸਕਦਾ, ਕੋਈ ਛੂਹ ਨਹੀਂ ਸਕਦਾ ਉਹਨੂੰ। ਜਿੰਨੀ ਕੁ ਵੀ ਪਰਮੇਸ਼ਰ ਨੇ ਸਾਨੂੰ ਅੱਜ ਸਮਝਾਈ ਆ, ਅਸੀਂ ਇੰਨੀ ਵੀ ਸਮਝ ਲਈਏ ਨਾ ਤੇ ਸਾਡਾ ਰਾਹ ਜਿਹੜਾ ਆ ਉਹ ਪਰਮੇਸ਼ਰ ਦੀ ਦਰਗਾਹ ਨੂੰ ਤੁਰ ਪਊਗਾ। ਅਸੀਂ ਚੰਗੇ ਰਾਹ ਤੇ ਪੈ ਜਾਵਾਂਗੇ। ਸੱਚੀ ਮੁੱਚੀ ਅਸੀਂ ਇੰਨੇ ਨਾਲ ਹੀ ਇਹ ਸਹਾਰਾ ਸਾਨੂੰ ਮਿਲ ਜਾਊਗਾ। ਟੋਹਣੀ ਮਿਲ ਜਾਊਗੀ, ਇੱਕ ਟੋਹਣੀ
ਇੱਕ ਖੁੰਡੀ ਮਿਲ ਜਾਊਗੀ ਸਾਨੂੰ ਤੁਰਨ ਦੇ ਲਈ ਇੰਨੀ ਸਿੱਖਿਆ ਦੇ ਨਾਲ। ਤਾਂ ਪਰਮੇਸ਼ਰ ਦੀ ਸਿੱਖਿਆ ਬੇਅੰਤ ਆ, ਉਹਨੂੰ ਕੋਈ ਉਹਦੇ ਅਰਥਾਂ ਨੂੰ ਕੋਈ ਸਹੀ ਢੰਗ ਦੇ ਨਾਲ ਪੂਰੇ ਤੌਰ ਨਾਲ ਕਰ ਹੀ ਨਹੀਂ ਸਕਦਾ। ਜੋ ਪਰਮੇਸ਼ਰ ਨੇ ਅਸਲੀ ਡੂੰਘਾਈ ਲਿਖੀ ਆ, ਉਸ ਡੂੰਘਾਈ ਦਾ, ਹੀਰੇ ਮੋਤੀਆਂ ਦਾ ਕੋਈ ਅੰਤ ਨਹੀਂ ਹੈਗਾ। ਆਪਾਂ ਹੱਲੇ ਵੀ ਮੋਟੇ ਤੌਰ ਨਾਲ ਜਿੰਨਾ ਪਰਮੇਸ਼ਰ ਨੇ ਕਰਾਇਆ, ਕਿੰਨਾ ਬੰਦ ਹੋ ਸਕਦਾ ਆ ਉਹਨੇ ਕਰਵਾਇਆ ਆ, ਤੇ ਆਪਾਂ ਇਹਨੂੰ ਸਵੀਕਾਰ ਕਰੀਏ, ਇਹ ਨਾ ਬਚਨਾਂ ਉੱਤੇ ਚੱਲੀਏ ਕਿ ਇਸੇ ਤਰ੍ਹਾਂ ਜਿਹੜੇ ਇਹ ਵਿਰਲੇ ਆ ਜਿਹੜੇ ਉਹਨੂੰ ਲੱਭਦੇ ਆ। ਤੇ ਨਾਲ ਹੀ ਮੇਰੇ ਪਰਮੇਸ਼ਰ ਜੀ ਫਿਰ ਕਹਿੰਦੇ ਆ ਕਿ ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਘਿਆੜ ਹਨ। ਉਹਨਾਂ ਤੋਂ ਤੁਸੀਂ ਉਹਨਾਂ ਦੀਆਂ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ, ਫਲਾਂ ਤੋਂ ਪਛਾਣ ਜਾਓਗੇ ਤੁਸੀਂ। ਜੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਬਘਿਆੜ ਆ, ਭੇਡਾਂ ਦੇ ਰੂਪ ਦੇ ਵਿੱਚ ਆਏ ਆ, ਸਿਰਫ ਪਾੜ ਕੇ ਖਾਣ ਨੂੰ ਹੀ ਆਏ ਆ, ਸਾਨੂੰ ਪਰਮੇਸ਼ਰ ਦੇ ਨਾਲ ਜੋੜਨ ਦੇ ਲਈ ਨਹੀਂ ਆਏ। ਕੋਈ ਨਾ ਕੋਈ ਉਹਨਾਂ ਦੇ ਅੰਦਰ ਤੁਹਾਡੇ ਪ੍ਰਤੀ ਲਾਲਚ ਹੋਊਗਾ, ਨਿਸ਼ਾਨੀਆਂ ਹੋਣਗੀਆਂ। ਤੁਸੀਂ ਦੇਖ ਲਓ ਅੰਦਾਜ਼ਾ ਲਾ ਕੇ, ਕਿਤੇ ਆਪਣੀ ਜਿਹੜਾ ਕੋਈ ਵੱਡਾ ਬੰਦਾ ਹੋਊਗਾ ਉਹਦੇ ਲਈ ਇੱਕਦਮ ਉਹਦੀ ਸਿਫਾਰਿਸ਼ ਸੁਣੀ ਜਾਊਗੀ। ਜਿਹੜਾ ਗਰੀਬ ਆ ਉਹਨੂੰ ਕੋਈ ਨਹੀਂ ਪੁੱਛੂਗਾ। ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਆ, ਸਭ ਨੂੰ ਪਤਾ ਇਸ ਗੱਲ ਦਾ, ਭਾਵੇਂ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਹੋਵੇ, ਗਰੀਬ ਦੀ ਨਹੀਂ ਸੁਣੀ ਜਾਂਦੀ। ਝੂਠੇ ਨਬੀਆਂ ਨੂੰ, ਜਿਹੜੇ ਝੂਠੇ ਨਬੀ ਆ, ਇਹਦਾ ਮਤਲਬ ਨਹੀਂ ਕਿ ਨਬੀ ਹੋ ਗਏ ਆ ਪਰਮੇਸ਼ਰ ਦੇ ਪਿਆਰੇ, ਪਰਮੇਸ਼ਰ ਦੇ ਦਾਸ ਆ ਤਾਂ ਸਾਰੇ ਸਹੀ ਆ। ਪਰਮੇਸ਼ਰ ਕਹਿੰਦਾ ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ, ਹੁਸ਼ਿਆਰ ਰਹੋ, ਹੁਸ਼ਿਆਰ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਪਾੜਨ ਵਾਲੇ ਬਘਿਆੜ ਹਨ। ਫਿਰ ਤੁਸੀਂ ਜਦੋਂ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ, ਉਹਨਾਂ ਦੇ ਖਿਆਲ ਜਦੋਂ ਰੋਜ਼ ਸੁਣੋਗੇ, ਤੁਹਾਨੂੰ ਪਤਾ ਚੱਲ ਜਾਊਗਾ, ਕਿਉਂਕਿ ਪਰਮੇਸ਼ਰ ਤੁਹਾਨੂੰ ਬੁੱਧੀ ਦੇਊਗਾ ਪਤਾ ਲੈਣ ਦੀ, ਸਮਝ ਦੇਊਗਾ ਕਿ ਨਹੀਂ, ਇਹ ਪਰਮੇਸ਼ਰ ਦੇ ਨਬੀਆਂ ਵਾਲੀ ਗੱਲ ਨਹੀਂ, ਇਹ ਪਰਮੇਸ਼ਰ ਦੇ ਬਚਨਾਂ ਨਾਲ ਗੱਲ ਕੋਈ ਢੁੱਕਦੀ ਨਹੀਂ। ਤੇ ਫਿਰ ਤੁਸੀਂ ਉਸ ਸੰਗਤ ਨੂੰ ਤਿਆਗ ਦਿਓ। ਉਹਨਾਂ ਨਬੀਆਂ ਲਈ ਵੀ ਪਰਮੇਸ਼ਰ ਅੱਗੇ ਅਰਦਾਸ ਹੀ ਕਰੋ, ਪਰਮੇਸ਼ਰ ਇਹਨਾਂ ਉੱਤੇ ਦਇਆ ਕਰ, ਪਰਮੇਸ਼ਰ ਇਹਨਾਂ ਉੱਤੇ ਦਇਆ ਕਰ, ਤੇ ਆਪ ਉਸ ਸੰਗਤ ਕੋਲੋਂ ਬਚ ਜਾਓ। ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਇਹ ਹੁਣ ਪਰਮੇਸ਼ਰ ਨੇ ਸਾਨੂੰ ਚੇਤਾਵਨੀ ਦਿੱਤੀ ਆ ਝੂਠੇ ਨਬੀਆਂ ਤੋਂ। ਹੁਣ ਸਮਝਣਾ ਸਾਡਾ ਫਰਜ਼ ਬਣਦਾ ਆ, ਤੇ ਅਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੀਏ, ਉਹਨਾਂ ਦੀਆਂ ਗੱਲਾਂ ਤੋਂ ਪਛਾਣੇ ਜਾਣੇ। ਉਹ ਭਲਾ ਕੰਡਿਆਲਿਆਂ ਤੋਂ ਦਾਖ ਜਾਂ ਊਟ ਕਟਾਰੀਆਂ ਤੋਂ ਹੰਜੀਰ ਤੋੜਦੇ ਹਨ, ਇਸੇ ਪ੍ਰਕਾਰ ਹਰੇਕ ਅੱਛਾ ਬਿਰਛ ਚੰਗਾ ਫਲ ਦਿੰਦਾ, ਪਰ ਮਾੜਾ ਬਿਰਛ ਬੁਰਾ ਫਲ ਦਿੰਦਾ ਹੈ। ਹਰੇਕ ਬਿਰਛ, ਚੰਗਾ ਬਿਰਛ ਚੰਗੇ ਫਲ ਦੇਊਗਾ ਤੇ ਮਾੜਾ ਬਿਰਛ ਮਾੜੇ ਫਲ ਦੇਊਗਾ। ਜੋ ਸਾਡੇ ਅੰਦਰ ਆ ਨਾ, ਅਸੀਂ ਬਿਰਛ ਆ, ਇੱਕ ਬਿਰਛ ਜੋ ਸਾਡੇ ਅੰਦਰ ਆ, ਸੋ ਸਾਡੇ ਬੋਲਾਂ ਦੇ ਵਿੱਚ ਦੀ ਨਿਕਲੂਗਾ। ਇਹ ਸੱਚਾਈ ਆ। ਜੇ ਸਾਡੇ ਅੰਦਰ ਪਰਮੇਸ਼ਰ ਦਾ ਪ੍ਰੇਮ ਆ ਤੇ ਵਿਰਾਗ ਪੈਦਾ ਹੋਊਗਾ। ਜੇ ਸਾਡੇ ਅੰਦਰ ਪਰਮੇਸ਼ਰ ਦਾ ਡਰ ਆ, ਭੈ ਆ, ਤੇ ਪਰਮੇਸ਼ਰ ਦੇ ਕੌੜੇ ਬਚਨ ਜਿਹੜੇ ਆ ਨਾ ਸਾਨੂੰ ਮਿੱਠੇ ਲੱਗਣਗੇ। ਤੇ ਜੇ ਨਹੀਂ ਮਿੱਠੇ ਲੱਗਦੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਤੇ ਕੂੜਾ ਜਿਹਦੇ ਅੰਦਰ ਕੂੜ ਪਿਆ ਉਹ ਜਲ ਜਾਊਗਾ, ਉਹਨੂੰ ਨਹੀਂ ਚੰਗੇ ਲੱਗਣਗੇ। ਇਹ ਨਿਸ਼ਾਨੀ ਆ। ਉਹ ਕਹਿਣਗੇ ਇਹ ਕੀ ਬਕਵਾਸ ਕਰਨ ਲੱਗੀ ਬੀਬੀ, ਇਹਨੂੰ ਬੰਦ ਕਰੋ। ਸੱਚੀ ਮੁੱਚੀ ਇੱਦਾਂ ਦੇ ਵੀ ਹੋਣਗੇ, ਤੇ ਪਰ ਬਹੁਤ ਜ਼ਿਆਦਾ ਪ੍ਰੇਮ ਦੇ ਪ੍ਰੇਮੀ ਜਿਹੜੇ ਬੱਚੇ ਪਰਮੇਸ਼ਰ ਦੇ ਆ, ਉਹ ਇਹਨਾਂ ਬਚਨਾਂ ਦਾ, ਪਰਮੇਸ਼ਰ ਦਿਆਂ ਦਾ ਬਹੁਤ ਜ਼ਿਆਦਾ ਸਤਿਕਾਰ ਵੀ ਕਰਨਗੇ। ਵਾਰ ਇਹਨਾਂ ਬਚਨਾਂ ਨੂੰ, ਪਰਮੇਸ਼ਰ ਦਿਆਂ ਨੂੰ ਸੁਣਨਗੇ। ਇਹ ਸੱਚਾਈ ਆ। ਪਰ ਆਪਾਂ ਹਰ ਇੱਕ ਦੀ ਪ੍ਰਾਰਥਨਾ ਹੀ ਕਰਨੀ ਆ। ਆਪਾਂ ਆਪਣੇ ਆਪ ਨੂੰ ਦੇਖਣਾ ਆ, ਤੇ ਆਪਾਂ ਨੂੰ ਜੇ ਦਿਸਦੀ ਆ ਕਿ ਹਾਂ, ਜਿੱਦਾਂ ਪਰਮੇਸ਼ਰ ਨੇ ਕਿਹਾ ਕਿ ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ, ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋ, ਉਹਨਾਂ ਦੀ ਸੰਗਤ ਛੱਡੋ, ਪਰ ਉਹਨਾਂ ਦੀ ਪ੍ਰਾਰਥਨਾ ਫਿਰ ਵੀ ਕਰਦੇ ਰਹੋ। ਆਪਾਂ
ਕੋਈ ਫਲ ਨਹੀਂ। ਮਤਲਬ ਕਿ ਪਰਮੇਸ਼ਰ ਜਾਣੇ ਤੇ ਉਹ ਜਾਣਨ ਜਿਹੜੇ ਉਹਨਾਂ ਨੂੰ ਬਣਾਇਆ ਆ। ਸਾਡਾ ਹੋਰ ਕੋਈ ਹੱਕ ਨਹੀਂ, ਪ੍ਰਾਰਥਨਾ ਹੀ ਕਰਨ ਦਾ ਹੱਕ ਆ। ਅੱਛਾ, ਫਿਰ ਕਹਿੰਦੇ ਅੱਛਾ ਬਿਰਛ ਬੁਰਾ ਫਲ ਨਹੀਂ ਦੇ ਸਕਦਾ। ਨੇਕ ਬੰਦਾ ਨੇਕ ਹੀ ਗੱਲਾਂ ਕਰੂਗਾ। ਕਦੀ ਵੀ ਦੇਖ ਲਓ, ਹੁਣ ਆਪਣੇ 30 ਮਿੰਟ ਫਿਰ ਹੋ ਗਏ ਆ ਤੇ ਅਜੇ ਇਹ ਥੋੜਾ ਕੁ ਰਹਿੰਦਾ ਆ ਤੇ ਆਪਾਂ ਇਹ 7 ਹੋ ਗਏ ਆ, ਆਪਾਂ 8ਵਾਂ ਕਰ ਲਈਏ। ਜੇ ਸ਼ਾਇਦ 8ਵੇਂ ਦੇ ਵਿੱਚ ਇਹ ਸਮਾਪਤੀ ਸ਼ਾਇਦ ਹੋ ਹੀ ਜਾਵੇ। ਕੋਸ਼ਿਸ਼ ਕਰਦੇ ਹਾਂ। ਪ੍ਰਭੂ ਯਿਸੂ ਮਸੀਹ ਰਹਿਮਤ ਕਰੋ ਸਾਰੀਆਂ ਰੂਹਾਂ ਦੇ ਉੱਤੇ, ਬਰਕਤਾਂ ਨਾਲ ਭਰ ਦਿਓ। ਜਿੰਨੀਆਂ ਰੂਹਾਂ ਪ੍ਰੇਮ ਨਾਲ ਸੁਣਨ ਉਹਨਾਂ ਦੇ ਮਨ ਛਿੱਜ ਜਾਣ ਤੇ ਘਰ ਬਰਕਤਾਂ ਤੇ ਆਸ਼ੀਰਵਾਦਾਂ ਤੇ ਸ਼ਾਂਤੀ ਤੇ ਹਲੀਮੀ ਨਾਲ ਭਰ ਜਾਣ। ਯਿਸੂ ਨਾਸਰੀ ਦੇ ਨਾਮ 'ਚ ਮੰਗਦੇ ਹਾਂ। 7 ਹੋ ਗਏ, ਹੁਣ ਆਪਾਂ 8ਵੇਂ ਤੇ ਜਾਣਾ ਆ। ਜਦੋਂ ਤੁਸੀਂ ਇਹਨੂੰ ਸਬਸਕ੍ਰਾਈਬ ਕੀਤਾ ਆ ਤੇ ਤੁਸੀਂ ਲਾਈਕ ਬਟਨ ਦਬਾਇਆ ਤੇ ਆਟੋਮੈਟਿਕ ਹੀ ਤੁਹਾਨੂੰ ਆਈ ਜਾਣਗੇ, ਆਟੋਮੈਟਿਕ ਆਈ ਜਾਣਗੇ। ਹਾਲੇਲੂਇਆ, ਆਮੀਨ।